स्टूडेंट्स स्वागत है ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ 7th ਯੂਨਿਟ ਆਪਣਾ ਮਕੈਨੀਕਲ ਪ੍ਰੋਪਰਟੀਜ਼ ਆਫ ਦਾ ਸੋਲਿਡਸ। ਠੀਕ ਹੈ, ਸੋ ਇਹਦੇ ਵਿੱਚ ਆਪਣਾ ਫਸਟ ਕੁਐਸਚਨ ਅੱਜ ਡਿਫਾਈਨ ਇਲਾਸਟਿਸਿਟੀ। तो देखो ਸੋਲਿਡਸ ਦੇ ਵਿੱਚ ਜਿਹੜੇ ਸੋਲਿਡ ਮਟੀਰੀਅਲ ਹੁੰਦੇ ਆ ਉਹਨਾਂ 'ਚ ਇਲਾਸਟਿਸਿਟੀ ਇੱਕ ਪ੍ਰੋਪਰਟੀ ਐਸੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕਿਸੇ ਸੋਲਿਡ ਦੇ ਉੱਤੇ ਆਪਾਂ ਡਿਫੋਰਮਿੰਗ ਫੋਰਸ ਲਗਾਉਂਦੇ ਆ ਤਾਂ ਉਹਦੀ ਸ਼ੇਪ ਚੇਂਜ ਹੁੰਦੀ ਥੋੜੀ ਜਿਹੀ। ਜਦੋਂ ਫੋਰਸ ਲਗਾਉਣ ਤੇ ਸ਼ੇਪ ਚੇਂਜ ਹੋਈ ਤੇ ਜਦੋਂ ਫੋਰਸ ਨੂੰ ਆਪਾਂ ਹਟਾਇਆ ਤੇ ਉਹ ਰੀਗੇਨ ਕਰ ਲੈਂਦਾ ਆਪਣੀ ਓਰੀਜਨਲ ਕਨਫੀਗਰੇਸ਼ਨ, ਸ਼ੇਪ ਤੇ ਸਾਈਜ਼। ਉਹਨੂੰ ਕਹਿੰਦੇ ਨੇ ਇਲਾਸਟਿਸਿਟੀ। ਉਸ ਪ੍ਰੋਪਰਟੀ ਨੂੰ ਇਲਾਸਟਿਸਿਟੀ ਕਹਿ ਦਿੰਦੇ ਆ। So the property of the solid body by virtue of which it regains its original configuration, that is shape and size, on the removal of external deforming force acting on it is called elasticity. ठीक है, ਜਿਹੜੀ external deforming force act ਕਰ ਰਹੀ ਹੁੰਦੀ ਉਸ body ਤੇ ਜਦੋਂ ਉਹਨੂੰ ਆਪਾਂ ਹਟਾਉਂਦੇ ਆ ਤੇ ਉਹ original configuration ਆਪਣੀ ਮਤਲਬ shape ਤੇ size regain ਕਰ ਲੈਂਦਾ ਹੈ। ਉਹਨੂੰ ਕਹਿੰਦੇ ਨੇ elasticity, ਉਸ property ਨੂੰ, ਜਿਸ property ਕਾਰਨ ਇਹ ਹੁੰਦਾ ਹੈ। ਠੀਕ ਹੈ, so elasticity is the property by virtue of which a body regains its original configuration, that is shape and size, on the removal of external deforming forces. ठीक है, ਇਹਦੇ ਵਿੱਚ ਦੇਖੋ ਪਰਫੈਕਟਲੀ ਇਲਾਸਟਿਕ ਬੋਡੀ ਆਪਾਂ ਕਹਾਂਗੇ ਉਸ ਬੋਡੀ ਨੂੰ ਜਿਹੜੀ ਕਿ ਆਪਣੀ ਟੋਟਲ ਕੰਪਲੀਟਲੀ ਰੀਗੇਨ ਕਰ ਲੇ ਆਪਣੀ ਸ਼ੇਪ ਨੂੰ। ਠੀਕ ਹੈ ਨਾ, ਡੈਫੀਨੇਸ਼ਨ ਉਸ ਤਰ੍ਹਾਂ ਹੀ ਹੋਏਗੀ, ਪਰ ਇਹਦੇ ਵਿੱਚ ਸ਼ਬਦ ਕਿਹੜਾ ਕੰਪਲੀਟਲੀ ਰੀਗੇਨਸ ਇਟਸ ਓਰੀਜਨਲ ਕਨਫੀਗਰੇਸ਼ਨ। ਪਰ ਐਸੀ ਕੋਈ ਬੋਡੀ ਨਹੀਂ ਜਿਹੜੀ ਕੰਪਲੀਟਲੀ ਰੀਗੇਨ ਕਰ ਲੇ, ਇਸ ਕਰਕੇ ਇਹਨੂੰ ਕਹਿੰਦੇ ਆ ਆਈਡੀਅਲ ਕਨਸੈਪਟ। ਠੀਕ ਹੈ, ਕਿ ਜਿਹੜੀ ਚੀਜ਼ ਆਪਾਂ ਆਈਡੀਅਲ ਲੈਵਲ 'ਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਐਸਾ ਹੋਵੇ, ਪਰ ਐਕਚੁਅਲ 'ਚ ਕੋਈ ਬੋਡੀ ਐਸੀ ਨਹੀਂ ਹੈ ਜਿਹੜੀ ਓਰੀਜਨਲ ਕਨਫੀਗਰੇਸ਼ਨ ਕੰਪਲੀਟਲੀ ਰੀਗੇਨ ਕਰ ਲੇ। ਇਹਦੇ 'ਚ ਆਪਾਂ ਇੱਕ ਕੁਆਰਟਜ਼ ਫਾਈਬਰ ਹੈ ਜਿਹੜਾ ਨੀਅਰੈਸਟ ਅਪਰੋਚ ਹੈਗਾ। ਠੀਕ ਹੈ, ਕੁਆਰਟਜ਼ ਫਾਈਬਰ ਨੀਅਰੈਸਟ ਅਪਰੋਚ ਉਹਦਾ ਪਰਫੈਕਟਲੀ ਇਲਾਸਟਿਕ ਬੋਡੀ ਹੈ ਜਿਹੜਾ ਕਿ ਆਪਣੀ ਸ਼ੇਪ ਜਿਹੜੀ ਹੈ ਕਾਫੀ ਹੱਦ ਤੱਕ ਰੀਗੇਨ ਕਰ ਲੈਂਦਾ ਹੈ। 100% ਨਹੀਂ, ਪਰ ਕਾਫੀ ਹੱਦ ਤੱਕ ਰੀਗੇਨ ਕਰ ਲੈਂਦਾ ਹੈ। ਠੀਕ ਹੈ, ਇਸੇ ਤਰ੍ਹਾਂ ਪਰਫੈਕਟਲੀ ਪਲਾਸਟਿਕ ਬੋਡੀ ਹੈ। ਸੋ ਪਰਫੈਕਟਲੀ ਪਲਾਸਟਿਕ ਬੋਡੀ ਕੀ ਹੋਏਗਾ, ਇਹਦੇ ਟੋਟਲੀ ਉਲਟ ਹੋਏਗਾ ਇਲਾਸਟਿਕ ਬੋਡੀ ਦੇ। ਸੋ ਪਲਾਸਟਿਕ ਆਪਾਂ ਉਹਨੂੰ ਕਹਿੰਦੇ ਆ ਪਲਾਸਟਿਕ ਬੋਡੀ ਜਿਹੜੀ ਆਪਣੀ ਸ਼ੇਪ ਜਰਾ ਵੀ ਰੀਗੇਨ ਨਹੀਂ ਕਰਦੀ ਔਨ ਦਾ ਰਿਮੂਵਲ ਆਫ ਜਿਹੜਾ ਐਕਸਟਰਨਲ ਡਿਫੋਰਮਿੰਗ ਫੋਰਸ। ਸੋ ਈਵਨ ਸਲਾਈਟਲੀ ਵੀ ਆਪਣੀ ਜਿਹੜੀ ਓਰੀਜਨਲ ਕਨਫੀਗਰੇਸ਼ਨ ਜਿਹੜੀ ਹੈ ਉਹ ਰੀਗੇਨ ਨਹੀਂ ਕਰ ਲਈ। ਸੋ ਅ ਬੋਡੀ ਵਿਚ ਡਸ ਨਾਟ ਰੀਗੇਨ ਇਟਸ ਓਰੀਜਨਲ ਫਾਰਮ ਈਵਨ ਸਲਾਈਟਲੀ ਔਨ ਦਾ ਰਿਮੂਵਲ ਆਫ deforming force is called perfectly plastic body. Okay, so perfectly plastic body ਕੀ ਹੈ, ਜੇ ਉਹਦੇ ਤੇ ਐਕਸਟਰਨਲ ਫੋਰਸ ਲੱਗੀ ਤੇ ਉਹਨੂੰ ਆਪਾਂ ਖਿੱਚਿਆ ਮੰਨ ਲਓ ਤੇ ਉਹ ਜਦੋਂ ਛੱਡੀ ਤੇ ਉਹਦੀ ਸ਼ੇਪ ਚੇਂਜ ਹੋ ਜਾਏਗੀ। ਠੀਕ ਹੈ ਨਾ, ਉਹ ਆਪਣੀ ਸ਼ੇਪ ਦੁਬਾਰਾ ਵਾਪਸ ਪ੍ਰਾਪਤ ਬਿਲਕੁਲ ਵੀ ਨਹੀਂ ਕਰੇਗੀ, ਉਹ ਡਿਫੋਰਮ ਹੋ ਚੁੱਕੀ ਹੋਏਗੀ। ਠੀਕ ਹੈ, ਦੇਖੋ ਨੈਕਸਟ ਕੁਐਸਚਨ ਆਪਣਾ ਹੈ ਡਿਫਾਈਨ ਸਟ੍ਰੈਸ, ਗਿਵ ਇਟਸ SI ਯੂਨਿਟ and dimensional formula. Also write the types of stress. देखो स्ट्रैस की है, ਜਦੋਂ ਵੀ ਆਪਾਂ ਡਿਫੋਰਮਿੰਗ ਫੋਰਸ ਅਪਲਾਈ ਕਰਦੇ ਆ ਨਾ ਕਿਸੇ ਚੀਜ਼ ਤੇ ਉਹਦੇ ਵਿੱਚ ਰੀਸਟੋਰਿੰਗ ਫੋਰਸ ਡਿਵੈਲਪ ਹੋ ਜਾਂਦੀ ਹੈ। ਮਤਲਬ ਆਪਾਂ ਡਿਫੋਰਮਿੰਗ ਫੋਰਸ ਦਾ ਮਤਲਬ ਹੁੰਦਾ ਹੈ ਕਿ ਆਪਾਂ ਉਹਦੀ ਸ਼ੇਪ ਨੂੰ ਖਰਾਬ ਕਰਨ ਲਈ ਆਪਾਂ ਫੋਰਸ ਲਗਾਉਂਦੇ ਆ ਤੇ ਉਹਦੀ ਸ਼ੇਪ ਨੂੰ ਰੀਗੇਨ ਕਰਨ ਲਈ ਉਹਦੇ ਅੰਦਰ ਫੋਰਸਿਸ ਡਿਵੈਲਪ ਹੋ ਜਾਂਦੀਆਂ ਨੇ ਜਾਂ ਫੋਰਸ ਡਿਵੈਲਪ ਹੋ ਜਾਂਦੀ ਜਿਹਨੂੰ ਕਹਿੰਦੇ ਰੀਸਟੋਰਿੰਗ ਫੋਰਸ। ਸੋ ਜਿਹੜੀ ਰੀਸਟੋਰਿੰਗ ਫੋਰਸ ਡਿਵੈਲਪ ਹੋਈ ਹੈ ਬੋਡੀ ਦੇ ਅੰਦਰ ਕਿ ਉਹਦੀ ਸ਼ੇਪ ਖਰਾਬ ਨਾ ਹੋਵੇ, ਇਹ ਨੈਚੁਰਲੀ ਹੁੰਦਾ ਹੈ। ਠੀਕ ਹੈ, ਉਹ ਰੀਸਟੋਰਿੰਗ ਫੋਰਸ ਪਰ ਯੂਨਿਟ ਏਰੀਆ ਇਹਨੂੰ ਕਹਿੰਦੇ ਨੇ ਸਟ੍ਰੈਸ। ਠੀਕ ਹੈ, ਉਹ ਦੇਖੋ ਜਿਹੜੀ ਫੋਰਸ ਆਪਾਂ ਅਪਲਾਈ ਕਰਦੇ ਹਾਂ ਵਿਦ ਇਨ ਇਲਾਸਟਿਕ ਲਿਮਿਟ, ਉਹ ਡਿਫੋਰਮਿੰਗ ਫੋਰਸ ਜਿਹੜੀ ਹੈ ਤੇ ਰੀਸਟੋਰਿੰਗ ਫੋਰਸ ਜਿਹੜੀ ਡਿਵੈਲਪ ਹੋਈ ਉਹ ਮੈਗਨੀਟਿਊਡ ਉਹਨਾਂ ਦਾ ਬਰਾਬਰ ਹੁੰਦਾ ਹੈ। ਠੀਕ ਹੈ, ਸੋ ਇਸ ਕਰਕੇ ਆਪਾਂ ਸਟ੍ਰੈਸ ਨੂੰ ਦੂਜੀ ਤਰ੍ਹਾਂ ਵੀ ਡਿਫਾਈਨ ਕਰ ਸਕਦੇ ਹਾਂ कि डिफॉर्मिंग फोर्स अप्लाइड पर यूनिट एरिया इज आल्सो कॉल्ड स्ट्रेस। ठीक है, सो आप दोनों तरह डिफाइन किया है। सो व्हेन डिफॉर्मिंग फोर्स इज अप्लाइड ऑन द बॉडी देन रीस्टोरिंग फोर्स डेवलप्ड इन द बॉडी। ठीक है ना, सो दिस रीस्टोरिंग फोर्स पर यूनिट एरिया ऑफ द बॉडी इज कॉल्ड स्ट्रेस। ठीक है, वो देखो रीस्टोरिंग फोर्स का मैग्नीट्यूड जो है वो इक्वल होता है कहते जी आप डिफॉर्मिंग फोर्स अप्लाई की, करके आप कह सकते हैं स्ट्रेस में आल्सो भी डिफाइंड एज डिफॉर्मिंग फोर्स पर यूनिट एरिया ऑफ द बॉडी। सो दोनों तरह आप डिफाइंड कर सकते हैं, जी डिफॉर्मिंग फोर्स आप अप्लाई की तो जी रीस्टोरिंग फोर्स वो डिवेलप हुई पर यूनिट एरिया ऑफ द बॉडी। ठीक है, सो स्ट्रेस इज डिफॉर्मिंग फोर्स पर यूनिट एरिया ऑफ द बॉडी। सो इनू आप डिफॉर्मिंग फोर्स को आप F नाल लिखते हैं तो एरिया A नाल लिखते हैं, करके F ओवर A लिख देंगे। SI यूनिट ऑफ स्ट्रेस की हो जाएगा, फोर्स के न्यूटन होंगे है तो एरिया मीटर स्क्वायर होंगे है।
ਤਾਂ ਕਰਕੇ पर मीटर स्क्वायर हो गया। सो न्यूटन पर मीटर स्क्वायर, ठीक है ना। सो -2। ਹੁਣ ਡਾਇਮੈਂਸ਼ਨਲ ਫਾਰਮੂਲੇ ਦੀ ਗੱਲ ਕਰੀਏ। ਸੋ ਡਾਇਮੈਂਸ਼ਨਲ ਫਾਰਮੂਲਾ ਫੋਰਸ ਦਾ ਕੀ ਹੁੰਦਾ ਹੈ, ਆਪਾਂ ਨੂੰ ਪਤਾ ਹੈ ਕਿ ਫੋਰਸ ਦਾ ਡਾਇਮੈਂਸ਼ਨਲ ਫਾਰਮੂਲਾ m kg ਮੀਟਰ ਪਰ ਸੈਕਿੰਡ ਸਕੁਅਰ ਹੁੰਦਾ ਹੈ, mLt-2, ਠੀਕ ਹੈ। ਇਹ ਲਿਖਾਂਗੇ ਤੇ ਇਹਦੇ ਡਿਨੋਮੀਨੇਟਰ ਦੇ ਵਿੱਚ l ਸਕੁਅਰ ਆ ਜਾਏਗਾ, ठीक है। सो ये सारा आप स्क्वायर ब्रैकेट च लिख देंगे, ठीक है। सो ये बन जाएगा m1 l1 इतने है 2 ऊपर जाके -2 हो जाएगा, l-1 हो जाएगा t-2, ठीक है। सो 2 ऊपर जाके -1 हो गया। सो m1 l-1 t-2 इनका डायमेंशनल फार्मूला बन गया। और देखो टाइप्स ऑफ स्ट्रेस की आप गल करांगे। सो टाइप्स ऑफ स्ट्रेस दे विच फर्स्ट है नॉर्मल स्ट्रेस। सो नॉर्मल स्ट्रेस की है, देखो इट्स डिफाइंड एज द रीस्टोरिंग फोर्स पर यूनिट एरिया परपेंडिकुलर टू द सरफेस ऑफ द बॉडी, ठीक है। सो रीस्टोरिंग फोर्स पर यूनिट परपेंडिकुलर टू द सरफेस ऑफ द बॉडी जी डिवेलप होंगी है, ठीक है, उन्होंने आप नॉर्मल स्ट्रेस कहते हैं। सो ये डायग्राम आप बनावांगे उन्हें उन्हें तुहानूं क्लीयर होएगा सारा। ਇਹਦੇ 'ਚ दो टाइप्स ने टेंसाइल स्ट्रेस ते कंप्रैसिव स्ट्रेस, ठीक है। सो ਉਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ। टेंसाइल स्ट्रेस ਕੀ ਹੁੰਦੀ, ਦੇਖੋ ਜਦੋਂ ਆਪਾਂ ਕੋਈ ਰੋਡ ਹੈ, ਜਿਵੇਂ ਆ ਸਰਕੂਲਰ ਇੱਕ ਸਿਲੰਡਰੀਕਲ ਰੋਡ ਹੈ, ਆਪਾਂ ਇੱਥੇ ਫੋਰਸ ਲਗਾਈਏ ਤੇ ਇੱਧਰ ਫੋਰਸ ਲਗਾਈਏ ਤੇ ਇਹਦੀ ਲੈਂਥ ਜਿਹੜੀ ਹੈ ਉਹ ਇਲੋਂਗੇਟ ਹੋ ਜਾਏਗੀ, ਠੀਕ ਹੈ ਨਾ, ਵੱਧ ਜਾਏਗੀ। ਸੋ ਐਸੀ ਸਟ੍ਰੈਸ ਨੂੰ ਟੈਂਸਾਈਲ ਕਹਿੰਦੇ ਆ। ਜਦੋਂ ਆਪਾਂ ਦੋਨੋਂ ਪਾਸੇ ਸਟ੍ਰੈਸ ਲਗਾਈਏ ਇਸ ਤਰ੍ਹਾਂ ਦਬਾਉਣ ਵਾਸਤੇ, ठीक है, तो ये लेंथ की थोड़ी जी घटेगी जिन्होंं आप कहते हैं कंप्रैसिव स्ट्रेस, ठीक है। सो ये दो तरह स्ट्रेस लगती है, वो आप डायग्राम बनावांगे। इत्थे देखो तुसीं डायग्राम च अपने कोल एक सिलैंडरिकल बॉडी है, ठीक है। इहदे क्रॉस सैक्शनल जिहड़े मतलब सर्कुलर इहदे सिरे हुंदे इहनूं कहंदे क्रॉस सैक्शन, ठीक है। सो इत्थे जदों फोर्स इधरले पासे ते इधरले पासे दोनों पासे ओपोजिट डायरैक्शन च लग रही है, आ फोर्सिस लग रही ने, तो इनकी देखो जी लेंथ है वो बढ़ गई थोड़ी जी, ठीक है ना। ओरिजिनल लेंथ एल है तो चेंज इन लेंथ डेल्टा एल होगी, ठीक है ना। एल प्लस डेल्टा एल जी है वो नवी लेंथ आ गई इनकी। सो ऐसी कंडीशन जी स्ट्रैस लग रही है दोनों सर्कुलर एजिस से, उन्होंने आप कहने टेंसाइल स्ट्रैस, ठीक है। सो इट इज़ डिफाइंड एज अ रीस्टोरिंग फोर्स एक्टिंग पर यूनिट एरिया परपेंडिकुलर टू द क्रॉस सैक्शन ऑफ द बॉडी, ठीक है। सो रीस्टोरिंग फोर्स क्यों लिखता, क्योंकि अपन पता जिन्नी आप अप्लाई करते हैं उन्नी डिवेलप हो जाती है अंदर, ठीक है। सो टेंसाइल स्ट्रेस इज इक्वल टू एफ बाय ए इस एरिया को कहांगे, ठीक है ना। आ जो एरिया है ये ए है ला, ठीक है, ये एरिया जो ए है। सो तां करके फोर्स पर यूनिट एरिया आप लिखता, परपेंडिकुलर डायरेक्शन च फोर्स लग रही है तां करके इनू टेंसाइल स्ट्रेस कह दिता, ठीक है। हाँ देखो इसी तरह कंप्रेसिव स्ट्रेस है। तो कंप्रेसिव स्ट्रेस की देखो आ ओरिजिनल शेप हैगी बॉडी की। तो जो फोर्सेस दोनों इस पासे तो इस पासे लगेगी उपरों, ठीक है ना, इस तरह फोर्सेस लग रही ने दोनों, तो इनकी जी लेंथ है वो घट रही है। इतने एल है, इतने एल माइनस डेल्टा एल होगी। सो परपेंडिकुलर टू द क्रॉस सैक्शन जी फोर्स लग रही है पर यूनिट एरिया, इन्हों आप कंप्रेसिव स्ट्रेस कहांगे, ठीक है। सो परपेंडिकुलर टू द क्रॉस सैक्शन पर यूनिट एरिया, ठीक है ना। इन्हों डिफॉर्मिंग फोर्स भी कह देंगे हैं, रीस्टोरिंग फोर्स भी कह देंगे हैं, दोनों तरह डिफाइन कर देंगे क्योंकि दोनों बराबर होंगे ने, ठीक है। ठीक है। सो कंप्रेसिव स्ट्रेस की होगी जी लेंथ को डिक्रीज करने यूज की जाती है, ठीक है ना। ओपोजिट डायरेक्शन फोर्सेस इस डायरेक्शन के लगेगी तो ओरिजिनल लेंथ तो लेंथ घट जाएगी। तो कंप्रेसिव स्ट्रेस की है फोर्स एक्टिंग पर यूनिट एरिया, रीस्टोरिंग भी है तो आपू डिफॉर्मिंग फोर्स दोनों तरह डिफाइन कर सकते हैं। और नैक्सट टाइप जी है, पहले आप नॉर्मल स्ट्रेस की गल की, दूसरी की टेंजेंशियल स्ट्रेस और शेयरिंग स्ट्रेस। देखो कि ये एक अपने को एक क्यूबिकल बॉक्स है, ठीक है। सो इधर देखो आ वाले फेस इनू ते थले वाले फेस इनू कहते ओपोजिट फेसिस। सो इहदे जो टेंजेंट के लॉन्ग फोर्सेस लगनियां, देखो आ फोर्स इधर लगी, आ फोर्स इधर लगी, तो इनका एक फेस जो है वो अगे नूं झुक जाएगा, जिवें थीटा एंगल अगे चला गया, ठीक है। So when two equal and opposite forces are acting along the tangent to the surface, ठीक है, जेडे opposite faces है ने, ठीक है। So
देखो फोर्स जी लग रही है इधर इधर। सो आ एरिया ए आप लिख देंगे, ठीक है। सो फोर्स एक्टिंग पर यूनिट एरिया वैन फोर्स इज एक्टिंग अलोंग द टेंजेंट टू द सरफेस ਉਹਨੂੰ ਆਪਾਂ शेयरिंग स्ट्रैस या टेंजेंशियल स्ट्रैस कह ਦਿੰਦੇ ਆ, ਜਿਹਦੇ ਨਾਲ ਕੀ ਹੈ ਇਹ डिफॉर्म हो जाती शेप ਇਹਦੀ एक फेस दूसरे फेस तो, जिवें आ देखो आ शेप जी है चेंज हो गई, ये थीटा एंगल अगे चला गया, ठीक है। सो इनू आप फोर्स एक्टिंग पर यूनिट एरिया शेयरिंग स्ट्रैस इनू आप कह देंगे, ठीक है। देखो सो आप शेयरिंग स्ट्रैस भी फोर्स पर यूनिट एरिया लिखांगे। सो फोर्सिस जी टेंजेंट के लॉन्ग एक्ट करदियां ने, ठीक है। सो नैक्सट टाइप हैगी है जी थर्ड टाइप है, ठीक है, उन्होंने आप बल्क स्ट्रैस या वॉल्यूम स्ट्रैस कहांगे। इनका तीसरा नाम है हाइड्रोलिक स्ट्रैस, ठीक है। सो इन्हें देखो कि ये आ कोई बॉडी है, जिवें आप एक बॉडी आप दिखाई इत्थे देखो, ये देखो की है कि इनू आप जो लिक्विड किसी फ्लूड की है लिक्विड या गैस ये जो इमर्ज करते हैं, ठीक है, उदों की है देखो इहदे ते सारे पासियों परपेंडिकुलर डायरैक्शन च इहदे सरफेस ते लिक्विड या फ्लूड करके जिहड़ी फोर्सिस लगदियां ने, जो फोर्सिस लगदियां ने ते इहदी जिहड़ी है वॉल्यूम जिहड़ी है थोड़ी जी घट जाती है, ठीक है। सो जो जिवें सफेरिकल बॉडी है, सो सफेरिकल बॉडी आप दिखाई इहदी देखो वॉल्यूम जिहड़ी है थोड़ी जी घट जाएगी। पहले इहदी V0 ओरिजिनल वॉल्यूम है तो V इहदी वॉल्यूम बन गई जिहड़ी कि V0 माइनस डेल्टा V है, ठीक है। सो जदों ये बॉडी अंडर द स्ट्रैस विच इज कॉल्ड बल्क स्ट्रैस और वॉल्यूम स्ट्रैस और हाइड्रोलिक स्ट्रैस है, क्योंकि ये लिक्विड जी फ्लूड के अंदर है, जिवें आप लिक्विड दिखाती। सो जदों इनके चारों पासियों फोर्सिस लगनगियां, जी फोर्स परपेंडिकुलर द सरफेस ऑफ द बॉडी लगेगी तो इनका सरफेस जो कंप्रैस हो जाएगा। सो कंप्रैस होने करके वॉल्यूम जी इनकी घट जाएगी। सो इस कंडीशन च आप कहने द बॉडी इज अंडर द एक्शन ऑफ बल्क स्ट्रैस, वॉल्यूम स्ट्रैस और हाइड्रोलिक स्ट्रैस, ठीक है। सो इनू आप डिफाइन की करांगे, फोर्स एक्टिंग परपेंडिकुलर टू द सरफेस ऑफ द ऑब्जेक्ट पर यूनिट एरिया ऑफ द ऑब्जेक्ट, ठीक है। सो फोर्स एक्टिंग परपेंडिकुलर टू द सरफेस ऑफ द ऑब्जेक्ट पर यूनिट एरिया ऑफ द ऑब्जेक्ट। सो F ओवर A लिख देंगे, ठीक है। एरिया की है इहदा जिहड़ा बाहर जिहड़ा सरफेस एरिया, जिवें इहदा आप जिहड़ी सफेरिकल बॉडी होंदी इहदा सरफेस एरिया कितना होंदा 4πr² बाहरला जिहड़ा सारा गोले का। सो वो एरिया जिहड़ा घट जाएगा, ठीक है, तो उहदे नाल वॉल्यूम च जिहड़ा डिक्रीज आएगा। सो फोर्स पर यूनिट एरिया इज कॉल्ड बल्क स्ट्रैस, उहदे करके वॉल्यूम जिहड़ी है घट जाती है, ठीक है। नैक्सट क्वेश्चन है डिफाइन स्ट्रेन एंड इट्स टाइप्स। तो देखो स्ट्रेन की है जदों आप देखा बॉडीज अंडर स्ट्रैस, ठीक है, जिवें आप देखा सीगा कि जो टेंसाइल स्ट्रैस लगी बॉडी ते, ठीक है। सो उहदी जिहड़ी शेप चेंज हुई, जिवें उहदी लेंथ चेंज हुई बॉडी की, ठीक है ना, या लेंथ वधी या घटी, टेंसाइल स्ट्रैस वेले वधी, कंप्रैसिव स्ट्रैस वेले घटी, ठीक है ना। सो चेंज इन कन्फिगरेशन टू द ओरिजिनल कन्फिगरेशन इहनूं कहंदे स्ट्रेन, ठीक है। सो ये रेशो है तो इनका कोई यूनिट नहीं होएगा। सो स्ट्रेन हैज नो यूनिट। सो इहदे टाइप्स देखो की ने, देयर आर 3 टाइप्स ऑफ स्ट्रेन। पहली हैगी लोंगीट्यूडनल स्ट्रेन। सो लोंगीट्यूडनल स्ट्रेन उदों लगेगी जो आप फर्स्ट टाइप जी आप लिखी सी टेंसाइल स्ट्रैस या कंप्रैसिव स्ट्रैस के अंडर बॉडी जो होएगी। सो उदों जो लेंथ घटेगी या वधेगी, सो चेंज इन लेंथ डिवाइड बाय ओरिजिनल लेंथ उन्होंने कहते हैं लोंगीट्यूडनल स्ट्रेन। सो चेंज इन लेंथ और ओरिजिनल लेंथ। सो डेल्टा एल उत्थे डायग्राम च आपां देखिया सीगा चेंज इन लेंथ आया सीगा ते एल ओरिजिनल लेंथ सीगी। सो तां करके डेल्टा एल ओवर एल ये लोंगीट्यूडनल स्ट्रेन जी रेशो होगी। सो इट इज डिफाइंड एज द रेशो ऑफ चेंज इन लेंथ टू द ओरिजिनल लेंथ, ठीक है। सो जो बॉडी की है अंडर कंप्रेसिव स्ट्रैस और टेंसाइल स्ट्रैस है। सैकेंड टाइप है वॉल्यूम स्ट्रेन। वॉल्यूम स्ट्रेन उदों लगती है जो बॉडी वॉल्यूमेट्रिक स्ट्रैस या बल्क स्ट्रैस या हाइड्रोलिक स्ट्रैस के अंडर जी हैगी है, ठीक है। सो उस टाइम जी है उनकी वॉल्यूम चेंज हुई। चेंज इन वॉल्यूम आप लिखा सीगा डेल्टा वी, ओरिजिनल वॉल्यूम V0 लिखी सी, तां करके वॉल्यूम स्ट्रेन की आ जाएगी डेल्टा वी और V0। इधर नेगेटिव साइन आ गया। सो नेगेटिव साइन क्यों, क्योंकि वॉल्यूम घटती गई है, ठीक है ना। सो चेंज इन वॉल्यूम टू द ओरिजिनल वॉल्यूम, वॉल्यूम स्ट्रेन इक्वल टू माइनस डेल्टा वी और V। सो नेगेटिव साइन इज ड्यू टू डिक्रीज इन द वॉल्यूम, ठीक है। नैक्सट है शीयर स्ट्रेन। शीयर स्ट्रेन की है तुसीं आपां देखिया सीगा जो टेंजेंट दे लॉन्ग फोर्सिस लग रही ने दोनों फेसिस से, तो जिहड़ा एक फेस जिहड़ा वो अपने जगह तो डिसप्लेस हो गया, ठीक है ना। जिवें आ देखो डिसप्लेस हो गया, तो इत्थे आपां आ लेंथ सी ओरिजिनल फेस दी
ਤੇ ਆ x ਜਿਹੜੀ ਉਹ ਦੂਰੀ ਅੱਗੇ ਚਲਾ ਗਿਆ ਫੇਸ, ਠੀਕ ਹੈ, ਆ ਥੀਟਾ ਐਂਗਲ ਬਣਿਆ। ਸੋ ਇਹ ਡਿਫਾਈਨ ਹੋਏਗਾ ਇਹ ਥੀਟਾ ਐਂਗਲ ਦੇ ਨਾਲ, ਠੀਕ ਹੈ। ਸੋ ਸ਼ੀਅਰ ਸਟ੍ਰੇਨ ਜਿਹੜੀ ਹੈ, ਸੋ ਦਿਸ ਟਾਈਪ ਆਫ ਸਟ੍ਰੇਨ ਇਜ਼ ਪ੍ਰੋਡਿਊਸਡ ਵੈਨ ਦਾ ਬੋਡੀ ਇਜ਼ ਅੰਡਰ ਦਾ ਸ਼ੀਅਰਿੰਗ ਸਟ੍ਰੈਸ, ਠੀਕ ਹੈ। ਸੋ ਇਹਨੂੰ ਆਪਾਂ ਡਿਫਾਈਨ ਕਰਦੇ ਹਾਂ, ਠੀਕ ਹੈ। ਦੇਖੋ ਕੀ ਹੈ ਕਿ ਆ ਫੇਸ ਜਿਹੜਾ ਹੈ ਉਹ ਥੀਟਾ ਐਂਗਲ ਟਰਨ ਕਰ ਗਿਆ, ਠੀਕ ਹੈ। ਸੋ ਜਦੋਂ ਸ਼ੀਅਰਿੰਗ ਸਟ੍ਰੈਸ ਲੱਗੀ ਤੇ ਉਸ ਵੇਲੇ ਥੀਟਾ ਐਂਗਲ ਜਿਹੜਾ ਇਹ ਬਣ ਗਿਆ, ਇਹਦੇ ਵਿੱਚ ਜਿਹੜੀ ਓਰੀਜਨਲ ਇਹਦੀ ਪੋਜੀਸ਼ਨ ਸੀਗੀ ਤੇ ਨਵੀਂ ਪੋਜੀਸ਼ਨ ਦੇ ਵਿੱਚ x ਦੂਰੀ ਜਿਹੜੀ ਹੈ ਫੇਸ ਅੱਗੇ ਚਲਾ ਗਿਆ ਤੇ ਆਪਾਂ ਟੈਂਜੈਂਟ ਥੀਟਾ ਡਿਫਾਈਨ ਕਰਾਂਗੇ। ਟੈਂਜੈਂਟ ਥੀਟਾ ਹੁੰਦਾ x ਓਵਰ l, ਠੀਕ ਹੈ। ਕਿਉਂਕਿ ਇਹ ਜਿਹੜੀ ਡਿਸਪਲੇਸਮੈਂਟ ਜਿਹੜੀ ਬੜੀ ਘੱਟ ਹੁੰਦੀ ਹੈ, ਜਿਹੜਾ ਥੀਟਾ ਬੜਾ ਛੋਟਾ ਹੁੰਦਾ ਹੈ, ਤਾਂ ਕਰਕੇ ਜਿਹੜਾ ਟੈਨ ਥੀਟਾ ਇਜ਼ ਨੀਅਰਲੀ ਇਕੁਅਲ ਟੂ ਥੀਟਾ, ਠੀਕ ਹੈ ਨਾ। ਜਦੋਂ ਰੇਡੀਅਨਸ ਦੇ ਵਿੱਚ ਆਪਾਂ ਲੈਂਦੇ ਆ ਟੈਨ ਥੀਟਾ ਜਿਹੜਾ ਥੀਟਾ ਦੇ ਬਰਾਬਰ ਹੁੰਦਾ ਜਦੋਂ ਥੀਟਾ ਸਮਾਲ ਹੋਵੇ, ਤਾਂ ਕਰਕੇ ਆਪਾਂ ਥੀਟਾ ਇਜ਼ ਇਕੁਅਲ ਟੂ x/l ਇਹਨੂੰ ਡਿਫਾਈਨ ਕਰ ਦਾਂਗੇ। ਸੋ ਥੀਟਾ ਇਜ਼ ਕਾਲਡ ਸ਼ੀਅਰਿੰਗ ਸਟ੍ਰੇਨ ਐਂਡ ਇਟ ਇਜ਼ ਇਕੁਅਲ ਟੂ ਦਿਸ x/l, ਠੀਕ ਹੈ ਨਾ। ਇਹ ਵੀ ਰੇਸ਼ੋ ਹੋ ਗਈ ਯੂਨਿਟਲੈਸ ਕੁਆਂਟੀਟੀ, ਓਕੇ। देखो नेक्स्ट क्वेश्चन अपना है डिफाइन हुक्स लॉ एंड मॉडुलस ऑफ इलास्टिसिटी। सो अकॉर्डिंग टू हुक्स लॉ की है स्ट्रेस इज डायरेक्टली प्रोपोर्शनल टू द स्ट्रेन, ठीक है। सो स्ट्रेस इज प्रोपोर्शनल टू स्ट्रेन, मतलब जिन्नी आप स्ट्रेस लगाने उस हिसाब नाल स्ट्रेन प्रोड्यूस होंदी है। मतलब जिन्नी आप स्ट्रेस फोर्स लगावांगे, जे आप लॉन्गीट्यूडनल स्ट्रेन की गल करिए तो उन्नी लेंथ जी चेंज होएगी जिन्नी ज़्यादा फोर्स जी दोनों पासे लगेगी। पर एक की है ये फोर्स जी है विद इन इलास्टिक लिमिट होनी चाहिए। ये नहीं होंगी भी आपको खिंच दीए तो वो चीज़ अपनी शेप ही उसकी डिफॉर्म हो जाए परमानेंटली, ठीक है ना। उसके बारे में आप पढ़ांगे। सो स्ट्रेस इज प्रोपोर्शनल टू स्ट्रेन, इसका मतलब की है स्ट्रेस जी है इज इक्वल टू सम कांस्टेंट इनटू स्ट्रेन, ठीक है, सम कांस्टेंट टाइम स्ट्रेन। सो इसका मतलब की है जो कांस्टेंट है या स्ट्रेस ओवर स्ट्रेन इज इक्वल टू कांस्टेंट, ठीक है ना। सो स्ट्रेस डिवाइडेड बाय स्ट्रेन इक्वल टू कांस्टेंट, ठीक है। सो ये कांस्टेंट को आप कहते हैं मॉडुलस ऑफ इलास्टिसिटी, ठीक है। सो दिस कांस्टेंट इज कॉल्ड मॉडुलस ऑफ इलास्टिसिटी, ओके, ठीक है। फिर मॉडुलस ऑफ इलास्टिसिटी आप डिफाइन किवें करांगे। सो इट इज द रेशियो ऑफ स्ट्रेस टू द स्ट्रेन, ठीक है। सो इन यूनिट वही देखो स्ट्रेन जी यूनिटलेस क्वांटिटी है, स्ट्रेस के यूनिट न्यूटन पर मीटर स्क्वेयर है, करके इनके यूनिट भी की हो जाएंगे न्यूटन पर मीटर स्क्वेयर ही हो जाएंगे। तो डिमेंशनल फार्मूला भी इनका स्ट्रेस वाला ही हो जाएगा सेम, ठीक है। सो आप M1 L-1 T-2 क्योंकि स्ट्रेस की होंगी फोर्स पर यूनिट एरिया। सो फोर्स पर यूनिट एरिया आप लेंथ स्केल डिवाइड करता सीगा ते अपने को आ डिमेंशनल फार्मूला आया। सो स्ट्रेन यूनिटलैस है करके इनका भी डिमेंशनल फार्मूला स्ट्रेन स्ट्रेस वाला ही हो जाएगा जो मॉडुलस ऑफ इलास्टिसिटी का, ठीक है। देखो अपना नेक्स्ट क्वेश्चन है ड्रा स्ट्रेस स्ट्रेन कर्व टू शो द वेरिएशन ऑफ स्ट्रेन विद स्ट्रेस। सो आप एक कर्व ड्रा करनी है जिंदे च स्ट्रेस ते स्ट्रेन की वेरिएशन आप शो करांगे, ठीक है। उहदे आप एक रोड के नाल लोड अटैच करांगे तो उहदे देखांगे उहदी जिहड़ी लेंथ वधदी है लोड वधांदे जावांगे, लेंथ विच चेंज आएगा, लोड इलास्टिक लिमिट तो वध कर दांगे उहदे च जिहड़ी। सो जिस तरह के चेंजेस उहदे च आंदे है उहनूं सारे नूं आपां डिस्कस करांगे, ठीक है, इस क्वेश्चन के अंदर। देखो आप एक वायर है, वायर नूं लटकाया उहदे नाल एक लोड बन्ने आप देखो, ठीक है। हुण देखो की है जो वायर नाल आपां लोड अटैच करते हैं तो वायर की लेंथ दे विच चेंज आएगा, ठीक है ना। भावें बहुत स्मॉल चेंज आए पर थोड़ा बहुता चेंज जरूर आता है 1% 2%, ठीक है ना, 0.1%, ठीक है ना, लैस दैन 0.1%, मतलब कुछ ना कुछ चेंज जरूर आता है। सो इहदे च जिहड़ा चेंज आएगा सो उहदे च की देखो आपां
ਸਟ੍ਰੈਸ ਤੇ ਸਟ੍ਰੇਨ ਦੀ ਜਿਹੜੀ ਹੈ ਕਰਵ ਬਣਾਵਾਂਗੇ, ਗ੍ਰਾਫ ਬਣਾਵਾਂਗੇ, ਸਟ੍ਰੈਸ ਵਰਸਸ ਸਟ੍ਰੇਨ। ਸੋ ਸਟ੍ਰੈਸ ਨੂੰ ਆਪਾਂ ਵਾਈ ਐਕਸਿਸ ਦੇ ਅਲੋਂਗ ਲੈ ਲਿੱਤਾ ਹੈ ਤੇ ਸਟ੍ਰੇਨ ਨੂੰ ਆਪਾਂ ਐਕਸ ਐਕਸਿਸ ਦੇ ਅਲੋਂਗ ਲਿੱਤਾ ਹੈ। ਤਾਂ ਕੀ ਹੋਏਗਾ, ਇੱਕ ਪੁਆਇੰਟ ਹੈ ਏ, ਠੀਕ ਹੈ ਨਾ, ਇਸ ਪੁਆਇੰਟ ਤੱਕ ਕੀ ਹੋਏਗਾ, ਸਟ੍ਰੈਸ ਤੇ ਸਟ੍ਰੇਨ ਉਹ ਪ੍ਰੋਪੋਰਸ਼ਨਲ ਰਹਿਣਗੇ। ਮਤਲਬ ਜਿੰਨਾ ਲੋਡ ਆਪਾਂ ਅਪਲਾਈ ਕਰਦੇ ਹਾਂ ਉਹਦੇ ਅਕੋਰਡਿੰਗ ਹੀ ਜਿਹੜਾ ਸਟ੍ਰੇਨ ਜਿਹੜੀ ਪ੍ਰੋਡਿਊਸ ਹੋਏਗੀ। ਤਾਂ ਸਟ੍ਰੈਸ ਐਂਡ ਸਟ੍ਰੇਨ ਦੇ ਆਰ ਪ੍ਰੋਪੋਰਸ਼ਨਲ ਟੂ ਈਚ ਅਦਰ। ਤੇ ਜਦੋਂ ਪ੍ਰੋਪੋਰਸ਼ਨਲ ਹੋਵੇ ਉਦੋਂ ਸਟ੍ਰੇਟ ਲਾਈਨ ਗ੍ਰਾਫ ਹੁੰਦਾ। ਸੋ ਇੱਥੋਂ ਦੇਖੋ ਉਹ ਪੁਆਇੰਟ ਤੋਂ ਲੈ ਕੇ ਆਹ ਪੁਆਇੰਟ O ਹੈ, O ਤੋਂ A ਤੱਕ ਜਿਹੜਾ ਪੁਆਇੰਟ ਹੈ OA ਜਿਹੜਾ ਇਹ ਸਟ੍ਰੇਟ ਲਾਈਨ ਹੈ, ਇਹਨੂੰ ਕਹਿੰਦੇ ਨੇ ਇਲਾਸਟਿਕ ਬਿਹੇਵੀਅਰ, ਠੀਕ ਹੈ ਨਾ। ਇਹ ਇਲਾਸਟਿਕ ਬਿਹੇਵੀਅਰ ਇੱਥੇ ਸ਼ੋ ਕਰੇਗੀ ਜਿਹੜੀ ਵਾਇਰ ਹੈ। ਤੇ ਫਰਦਰ ਦੇਖੋ ਕੀ ਹੈ, ਜਦੋਂ ਆਪਾਂ ਸਟ੍ਰੈਸ ਨੂੰ ਥੋੜਾ ਜਿਹਾ ਹੋਰ ਵਧਾਵਾਂਗੇ, ਆਪਾਂ ਮੰਨ ਲਓ ਇੱਥੇ ਲੋਡ ਹੈ, ਆਪਾਂ ਲੋਡ ਨੂੰ ਇੱਕ ਵੱਟਾ ਹੋਰ ਲਗਾਤਾ, ਜੇ 50 ਗ੍ਰਾਮ ਦਾ ਵੱਟਾ ਲਗਾਇਆ ਆਪਾਂ 50 ਗ੍ਰਾਮ ਦਾ ਵੱਟਾ ਹੋਰ ਇੱਕ ਲਗਾਤਾ, ਲੋਡ ਵੱਧ ਗਿਆ, ਠੀਕ ਹੈ ਨਾ। ਤਾਂ ਉਦੋਂ ਕੀ ਹੋਏਗਾ, ਸਟ੍ਰੈਸ ਵੱਧ ਜਾਏਗੀ। ਸਟ੍ਰੈਸ ਵਧੇਗੀ ਤਾਂ ਉਹਦੇ ਨਾਲ ਕੀ ਹੈ, ਜਿਵੇਂ ਦੇਖੋ ਇੰਨੇ ਲੋਡ ਲਈ, ਪਹਿਲੇ ਲੋਡ ਲਈ ਸਟ੍ਰੈਸ ਜਿਹੜੀ ਸਟ੍ਰੇਨ ਹੈ ਬੜੀ ਸਲੋਲੀ ਵਧੀ ਹੈ, ਪਰ ਹੁਣ ਥੋੜਾ ਜਿਹਾ ਆਪਾਂ ਲੋਡ ਵਧਾਉਣ ਤੇ ਸਟ੍ਰੇਨ ਜਿਹੜੀ ਹੈ ਉਹ ਇੱਕੋਦਮ ਦੇਖੋ ਇੱਥੋਂ ਤੱਕ ਆ ਗਈ, ਇੱਥੋਂ ਅੱਗੇ ਤੱਕ ਆ ਗਈ, ਠੀਕ ਹੈ ਨਾ। ਪਹਿਲੇ ਲੋਡ ਇੰਨਾ ਲਗਾਉਣ ਤੇ ਸਟ੍ਰੈਸ ਇੰਨੀ ਆਉਣ ਤੇ ਸਟ੍ਰੇਨ ਜਿਹੜੀ ਇੰਨੀ ਕੁ ਹੋਈ ਹੈ। ਹੁਣ ਸਟ੍ਰੈਸ ਨੂੰ ਆਪਾਂ ਇੱਥੋਂ ਇੱਥੇ ਤੱਕ ਵਧਾਇਆ ਹੈ, ਠੀਕ ਹੈ ਨਾ। ਆਪਾਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਮਤਲਬ ਥੋੜੀ ਜਿਹੀ ਸਟ੍ਰੈਸ ਹੋਰ ਵਧਾਈ ਹੈ, ਤਾਂ ਸਟ੍ਰੇਨ ਜਿਹੜੀ ਹੈ, ਜਿਵੇਂ ਮੰਨ ਲਓ ਆਪਾਂ ਪਹਿਲੇ 50 ਗ੍ਰਾਮ ਤੱਕ ਵੱਟੇ ਲਗਾਤੇ, ਹੁਣ ਆਪਾਂ 10 ਗ੍ਰਾਮ ਵੱਟਾ ਹੀ ਹੋਰ ਐਡ ਕੀਤਾ ਵਿੱਚ, ਮਤਲਬ 1/5 ਹੀ ਐਡ ਕੀਤਾ ਹੈ, ਠੀਕ ਹੈ ਨਾ। ਸਟ੍ਰੈਸ ਥੋੜੀ ਜਿਹੀ ਵਧੀ ਤੇ ਸਟ੍ਰੇਨ ਉਹਦੇ ਨਾਲ ਕਾਫੀ ਵੱਧ ਗਈ, ਠੀਕ ਹੈ ਨਾ। ਸਟ੍ਰੇਨ ਦੇਖੋ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਆ ਗਈ, ਠੀਕ ਹੈ ਨਾ, ਆ B ਪੁਆਇੰਟ ਤੱਕ ਆ ਗਈ। ਹੁਣ ਆਪਾਂ ਕੀ ਕਰਾਂਗੇ, ਇਹਨੂੰ ਰਿਮੂਵ ਕਰਾਂਗੇ, ਆਪਾਂ ਲੋਡ ਰਿਮੂਵ ਕਰਾਂਗੇ ਤਾਂ ਉਹ ਆਪਣੀ ਓਰੀਜਨਲ ਸ਼ੇਪ ਜਿਹੜੀ ਹੈ ਉਹ ਰੀਗੇਨ ਕਰ ਜਾਏਗੀ, ਲੈਂਥ ਉਨੀ ਜਿੰਨੀ ਪਹਿਲੇ ਸੀ ਉਨੀ ਹੋ ਜਾਏਗੀ ਵਾਇਰ ਦੀ। ਮਤਲਬ ਇਹਨੂੰ ਕਹਿੰਦੇ ਨੇ ਇੱਕ ਸਰਟਨ ਲਿਮਿਟ ਇਹ ਹੁੰਦੀ ਹੈ ਜਿਹਦੇ ਅੰਡਰ ਇਹ ਚੀਜ਼ ਹੁੰਦੀ ਹੈ, ਉਹਨੂੰ ਕਹਿੰਦੇ ਨੇ ਇਲਾਸਟਿਕ ਲਿਮਿਟ। ਸੋ ਦ ਵਾਇਰ ਇਜ਼ ਅੰਡਰ ਦਾ ਇਲਾਸਟਿਕ ਲਿਮਿਟ ਅਪ ਟੂ ਪੁਆਇੰਟ B, ਠੀਕ ਹੈ। ਸੋ ਆਪਾਂ ਇੱਥੇ ਦੇਖੋ ਇੰਕਰੀਜ਼ ਕੀਤਾ, ਸੋ ਆਪਾਂ ਇਹੀ ਸਾਰਾ ਕੁਝ ਲਿਖਿਆ ਹੈ। ਸੋ ਇਹਨੂੰ ਇਲਾਸਟਿਕ ਲਿਮਿਟ, ਸੋ ਇਲਾਸਟਿਕ ਲਿਮਿਟ ਇਜ਼ ਦਾ ਮੈਕਸਿਮਮ ਸਟ੍ਰੈਸ on whose removal the bodies regain their original dimensions, ठीक है। so point B in this graph is called elastic limit, ठीक है। ਹੁਣ ਇਹਦੇ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ। ਹੁਣ ਦੇਖੋ ਆਹ ਪੁਆਇੰਟ ਜਿਹੜਾ ਨਾ, ਪੁਆਇੰਟ B ਦੇ ਸਾਹਮਣੇ ਜਿਹੜੀ ਸਟ੍ਰੈਸ ਦੀ ਵੈਲਿਊ ਹੈ ਇਹਨੂੰ ਕਹਿੰਦੇ ਨੇ ਯੀਲਡ ਸਟਰੈਂਥ ਆਫ ਦਾ ਮਟੀਰੀਅਲ, ਠੀਕ ਹੈ ਨਾ। SY ਲਿਖਿਆ ਨਾ, ਇਹਨੂੰ ਕਹਿੰਦੇ ਯੀਲਡ ਸਟਰੈਂਥ ਆਫ ਦਾ ਮਟੀਰੀਅਲ of the wire, ठीक है। सो O तो लेके B पॉइंट तक पहले स्ट्रेट लाइन, फिर थोड़ा जा क्योंकि स्ट्रेन एकदम वधदी है जरा को स्ट्रैस ਵਧਾਉਣ ਨਾਲ, ਤਾਂ ਕਰਕੇ एक कर्व जी बन गई, ठीक है। पहले स्ट्रेट लाइन है क्योंकि कोरस्पोंडिंग ਜਿਹੜਾ स्ट्रैस इज प्रोपोर्शनल टू स्ट्रेन है, फिर क्योंकि ਆਪਾਂ ਲੋਡ ਵਧਾਤਾ ਉਹਦੇ ਨਾਲ ਕੀ ਹੈ ਇੱਕੋਦਮ ਸਟ੍ਰੇਨ ਵਧੀ। ਤਾਂ ਪੁਆਇੰਟ B ਤੋਂ ਆਪਾਂ ਜਦੋਂ ਲੋਡ ਰਿਮੂਵ ਕਰਦੇ ਹਾਂ ਤੇ ਰੀਗੇਨ ਕਰ ਲੈਂਦੀ, ਇਸ ਕਰਕੇ ਆਪਾਂ ਕਹਿੰਦੇ ਇਹ ਇਲਾਸਟਿਕ ਲਿਮਿਟ ਦੇ ਅੰਦਰ ਹੈ, ਠੀਕ ਹੈ ਨਾ। ਸੋ ਇਲਾਸਟਿਕ ਬਿਹੇਵੀਅਰ ਇਨ ਦਾ ਰੀਜਨ OB, O ਤੋਂ ਲੈ ਕੇ B ਤੱਕ ਇਲਾਸਟਿਕ ਬਿਹੇਵੀਅਰ ਸ਼ੋ ਕਰੇਗੀ ਜਿਹੜਾ ਮਟੀਰੀਅਲ ਆਫ ਦਾ ਵਾਇਰ ਹੈ, ਠੀਕ ਹੈ। ਹੁਣ ਆਪਾਂ ਵਾਇਰ ਦੇ ਨਾਲ ਲੋਡ ਜਿਹੜਾ ਹੈ ਉਹ B ਪੁਆਇੰਟ ਤੋਂ ਵੀ ਅੱਗੇ ਥੋੜਾ ਜਿਹਾ ਹੋਰ ਵਧਾਤਾ, ਜਿਵੇਂ 50 ਦੇ ਨਾਲ 10 ਗ੍ਰਾਮ ਲਗਾਇਆ ਸੀ, ਹੋਰ ਆਪਾਂ ਵਧਾਤਾ 10 ਗ੍ਰਾਮ ਹੋਰ ਲਗਾਤਾ, ਠੀਕ ਹੈ। ਹੁਣ ਲੋਡ ਜਦੋਂ ਵੱਧ ਗਿਆ ਸਟ੍ਰੇਨ ਫਰਦਰ ਇੰਕਰੀਜ਼ ਕਰੇਗੀ। ਸੋ ਉਹ B ਤੋਂ C ਪੁਆਇੰਟ ਜਿਹੜਾ ਪੋਰਸ਼ਨ ਹੈ ਇਹ ਸ਼ੋ ਕਰ ਰਿਹਾ। ਸੋ BC ਪੋਰਸ਼ਨ ਆਫ ਦਾ ਕਰਵ ਸ਼ੋਇੰਗ ਦਿਸ, ਠੀਕ ਹੈ। ਹੁਣ ਕੀ ਹੋਏਗਾ, ਦੇਖੋ ਆਹ ਪੁਆਇੰਟ ਜਿਹੜਾ B ਹੈ ਇਹਨੂੰ ਯੀਲਡ ਪੁਆਇੰਟ ਵੀ ਕਹਿੰਦੇ ਆ, ਇਹ ਵੀ ਠੀਕ ਹੈ ਨਾ, ਯੀਲਡ ਪੁਆਇੰਟ ਇਹਨੂੰ ਕਹਿੰਦੇ ਨੇ। ਤੇ ਇਹਦੇ ਕੋਰਸਪੋਂਡਿੰਗ ਜਿਹੜੀ ਸਟ੍ਰੈਸ ਹੈ ਉਹਨੂੰ ਯੀਲਡ ਸਟਰੈਂਥ ਕਹਿੰਦੇ ਆ, ਠੀਕ ਹੈ। ਹੁਣ ਦੇਖੋ ਜਦੋਂ ਵਧਾਤਾ ਆਪਾਂ ਤੇ ਇੱਥੇ ਜਦੋਂ ਪਹੁੰਚ ਗਈ C ਪੁਆਇੰਟ ਤੱਕ ਪਹੁੰਚ ਗਏ, ਮਤਲਬ ਜਰਾ ਕੋ ਸਟ੍ਰੈਸ ਵਧਾਈ ਤੇ ਸਟ੍ਰੇਨ ਜਿਹੜੀ ਇੱਕੋਦਮ ਵੱਧ ਗਈ, ਮਤਲਬ ਲੋਡ ਥੋੜਾ ਜਿਹਾ ਵਧਾਇਆ ਸਟ੍ਰੇਨ ਇੱਕੋਦਮ ਵੱਧ ਗਈ, B ਤੋਂ C ਪੁਆਇੰਟ ਤੱਕ ਪਹੁੰਚ ਗਿਆ। ਤਾਂ ਹੁਣ ਜਦੋਂ ਆਪਾਂ ਲੋਡ ਸਾਰੇ ਰਿਮੂਵ ਵੀ ਕਰ ਦਈਏ ਨਾ ਤਾਂ ਸਟ੍ਰੇਨ ਜਿਹੜੀ ਹੈ ਉਹ ਘਟਦੀ ਨਹੀਂ ਆ, ਮਤਲਬ ਲੈਂਥ ਆਫ ਦਾ ਵਾਇਰ ਪਰਮਾਨੈਂਟਲੀ ਇੰਕਰੀਜ਼ ਹੋ ਗਈ। ਹੁਣ ਆਪਾਂ ਕੀ ਹੈ ਆਪਾਂ ਹੋਰ ਵਧਾਈ ਤੇ ਉਹ ਉਹਦੇ 'ਚ ਖਿੱਚ ਐਵੇਂ ਪੈ ਗਈ ਕਿ ਉਹ ਵਾਪਸ ਆਪਣੀ ਓਰੀਜਨਲ ਸ਼ੇਪ ਰੀਗੇਨ ਨਹੀਂ ਕਰੇਗੀ ਹੁਣ ਵਾਇਰ, ਤੇ ਇਹਨੂੰ ਕਹਿੰਦੇ ਨੇ ਪਰਮਾਨੈਂਟ ਸੈੱਟ, ਠੀਕ ਹੈ। ਉਹ ਡੈਸ਼ ਪੋਰਸ਼ਨ ਜਿਹੜਾ ਹੈ ਉਹ ਸਟ੍ਰੇਨ ਇੱਕ ਪਰਮਾਨੈਂਟ ਸਟ੍ਰੇਨ ਡਿਵੈਲਪ ਹੋ ਗਈ ਇੰਨੀ, ਉਹਦਾ ਰਿਮੂਵਲ ਆਫ ਭਾਵੇਂ ਦੇਖੋ ਸਟ੍ਰੈਸ 0 ਵੀ ਹੋ ਗਈ ਤੇ ਆਹ ਸਟ੍ਰੇਨ ਰਹਿ ਜਾਏਗੀ ਇਸ ਪੁਆਇੰਟ ਦੇ ਕੋਰਸਪੋਂਡਿੰਗ, C ਪੁਆਇੰਟ ਦੇ ਕੋਰਸਪੋਂਡਿੰਗ ਇਹ ਪਰਮਾਨੈਂਟ ਸਟ੍ਰੇਨ ਹੋ ਗਈ ਉਹਦੇ ਵਿੱਚ, ਮਤਲਬ ਉਹਦਾ ਰਿਮੂਵਲ ਆਫ ਆਲ ਦਾ ਲੋਡਸ
ठीक है ना। सारा लोड ਆਪਾਂ ਰਿਮੂਵ ਕਰਤਾ ਤਾਂ ਵੀ ਉਹਦੇ ਵਿੱਚ ਲੈਂਥ ਦੇ ਵਿੱਚ ਇੰਕਰੀਜ਼ ਜਿਹੜਾ ਰਹਿ ਜਾਣਾ ਹੈ। ਸੋ ਚੇਂਜਿੰਗ ਲੈਂਥ ਓਵਰ ਓਰੀਜਨਲ ਲੈਂਥ ਇਹ ਸਟ੍ਰੇਨ ਹੁੰਦੀ ਹੈ। ਸੋ ਇੱਕ ਪਰਮਾਨੈਂਟ ਸੈੱਟ ਜਿਹੜਾ ਉਹਦੇ 'ਚ ਆ ਗਿਆ। ਸੋ ਇਹ ਪੁਆਇੰਟ C ਸ਼ੋ ਕਰ ਰਿਹਾ। ਸੋ ਪਰਮਾਨੈਂਟ ਸਟ੍ਰੇਨ OO ਡੈਸ਼ ਇਨ ਦਾ ਵਾਇਰ ਇਜ਼ देयर ਈਵਨ ਵੈਨ ਦਾ ਸਟ੍ਰੈਸ ਇਜ਼ 0। ਠੀਕ ਹੈ, ਹੁਣ ਆਪਾਂ ਅੱਗੇ ਡਿਸਕਸ ਕਰਾਂਗੇ ਇਹਨੂੰ। ਹੁਣ ਦੇਖੋ ਕੀ ਹੈ, ਜੇ ਆਪਾਂ ਲੋਡ ਹੋਰ ਵਧਾਇਆ, ਠੀਕ ਹੈ, C ਪੁਆਇੰਟ ਤੋਂ ਆਪਾਂ ਹੋਰ ਲੋਡ ਵਧਾਇਆ, ਪਹਿਲੇ ਜਿੰਨਾ C ਤੱਕ ਆਪਾਂ ਲਗਾਇਆ ਸੀਗਾ, ਤਾਂ ਕੀ ਹੋਏਗਾ, ਸਟ੍ਰੇਨ ਜਿਹੜੀ ਇੱਕ ਲਾਰਜ ਸਟ੍ਰੇਨ ਆਏਗੀ ਅਪ ਟੂ ਪੁਆਇੰਟ D। ਠੀਕ ਹੈ, ਆ D ਪੁਆਇੰਟ ਤੱਕ ਲਾਰਜ ਸਟ੍ਰੇਨ ਆਏਗੀ। ਠੀਕ ਹੈ ਨਾ। ਸੋ ਇਹਨੂੰ ਕਹਿੰਦੇ ਨੇ ਡਿਫੋਰਮੇਸ਼ਨ ਬਿਟਵੀਨ ਪੁਆਇੰਟ C ਐਂਡ D। ਇਹਨੂੰ ਕਹਿੰਦੇ ਨੇ ਪਲਾਸਟਿਕ ਡਿਫੋਰਮੇਸ਼ਨ। ਇੱਕੋ ਦਮ ਖਿੱਚ ਪੈ ਜਾਏਗੀ ਵਾਇਰ ਦੇ ਵਿੱਚ। ਠੀਕ ਹੈ, ਸੋ ਇਹਨੂੰ ਕਹਿੰਦੇ ਪਲਾਸਟਿਕ ਡਿਫੋਰਮੇਸ਼ਨ। ਸੋ ਸਟ੍ਰੈਸ ਜਿਹੜੀ ਇਹਦੇ ਕੋਰਸਪੋਂਡਿੰਗ ਹੈਗੀ ਹੈ ਪੁਆਇੰਟ D ਦੇ, ਇਹਨੂੰ ਅਲਟੀਮੇਟ ਟੈਂਸਾਈਲ ਸਟ੍ਰੈਸ ਕਹਿੰਦੇ ਆ। ਪੁਆਇੰਟ D ਦੇ ਕੋਰਸਪੋਂਡਿੰਗ ਜਿਹੜੀ ਸਟ੍ਰੈਸ ਦੀ ਵੈਲਿਊ ਹੈ ਉਹਨੂੰ ਅਲਟੀਮੇਟ। ਤੇ ਆ ਜਿਹੜਾ C ਤੋਂ D ਤੱਕ ਬਿਹੇਵੀਅਰ ਹੈ ਇਹਨੂੰ ਪਲਾਸਟਿਕ ਬਿਹੇਵੀਅਰ ਆਪਾਂ ਕਹਾਂਗੇ। ਠੀਕ ਹੈ, C ਤੋਂ D ਤੱਕ। ਹੁਣ ਦੇਖੋ ਪੁਆਇੰਟ D ਤੋਂ ਹੁਣ ਆਪਾਂ ਇੱਥੋਂ ਤੱਕ ਜਿਹੜਾ ਲੋਡ ਕਾਫੀ ਵਧਾਇਆ ਹੋਇਆ। ਠੀਕ ਹੈ, ਤੇ ਇਹਦੇ 'ਚ ਪਲਾਸਟਿਕ ਬਿਹੇਵੀਅਰ ਆ ਗਿਆ। ਇਹ ਕਾਫੀ ਜਿਹੜੀ ਲੈਂਥ ਵੱਧ ਗਈ। ਹੁਣ ਜੇ ਆਪਾਂ ਲੋਡ ਘਟਾ ਵੀ ਦਿੰਦੇ ਹਾਂ ਨਾ ਥੋੜ੍ਹਾ ਜਿਹਾ, ਤਾਂ ਵੀ ਇਹ ਲੈਂਥ ਵੱਧਦੀ ਜਾਣੀ ਹੈ ਉਸ ਤੱਕ ਜਦੋਂ ਤੱਕ ਇਹ ਬ੍ਰੇਕ ਨਹੀਂ ਕਰ ਜਾਂਦੀ। ਪੁਆਇੰਟ E ਤੇ ਇਹ ਬ੍ਰੇਕ ਕਰ ਜਾਏਗੀ। ਠੀਕ ਹੈ, ਸੋ ਨਾਓ ਇਫ ਦਾ ਸਟ੍ਰੈਸ ਇਜ਼ ਡਿਕਰੀਜ਼ਡ ਬਾਈ ਔਨ D, the strain increases till the wire breaks at point E. The point E is called fracture point. ठीक है, सो ਇਹਨੂੰ ਆਪਾਂ ਕੀ ਲਿਖਾਂਗੇ, fracture point. point E ਕੀ ਹੈ, ਆ fracture point ਹੈ ਆਲਾ point। ਠੀਕ ਹੈ, ਤੇ ਉਹਦੇ ਕੋਰਸਪੋਂਡਿੰਗ ਜਿਹੜੀ ਸਟ੍ਰੈਸ ਹੈ ਉਹਨੂੰ ਬ੍ਰੇਕਿੰਗ ਸਟ੍ਰੈਸ ਕਹਿੰਦੇ ਆ। ਠੀਕ ਹੈ, ਸੋ ਇਹ ਸਾਰੀ ਆਪਣੀ ਜਿਹੜੀ ਹੈ ਸਟ੍ਰੈਸ ਸਟ੍ਰੇਨ ਕਰਵ ਹੈ ਉਹਦੇ ਨਾਲ ਬਿਹੇਵੀਅਰ ਆਪਾਂ ਸ਼ੋ ਕੀਤਾ ਹੈ। ਠੀਕ ਹੈ, ਥੈਂਕ ਯੂ। ਫਰਦਰ ਇੱਕ ਦੇਖੋ, ਇੱਥੋਂ C ਤੋਂ D ਤੱਕ ਆਪਾਂ ਪਲਾਸਟਿਕ ਡੀਫੋਰਮੇਸ਼ਨ ਕਹਿੰਦੇ ਆ। ਠੀਕ ਹੈ, ਤੇ ਆ ਜਿਹੜਾ ਪੋਰਸ਼ਨ ਹੈ ਨਾ, ਆ ਜਿਹੜਾ C ਤੋਂ D ਤੱਕ ਆਪਾਂ ਇੱਥੇ ਲਿਖਾਂਗੇ plastic deformation. ठीक है, okay, and E is called, this point is called fracture point. ठीक है, point E is called fracture point, and stress corresponding to point E is called breaking stress. Okay, thank you.